ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇੱਕ ਵਾਰ ਮੁੜ ਤੋਂ ਲਗਾਏ ਡਿਪਟੀ ਸੀਐਮ ਰੰਧਾਵਾ ਤੇ ਵੱਡੇ ਇਲਜ਼ਾਮ ਕਿ ਰੰਧਾਵਾ ਕਰਦੇ ਨੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ, ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਲਈ ਲੈਂਦੇ ਨੇ ਕਰੋੜਾਂ ਰੁਪਏ। ਸੀਐਮ ਚੰਨੀ ਦੇ 25,000 ਵਾਲੇ ਇਨਾਮ ਐਲਾਨ ਦੇ ਉੱਤੇ ਪੱਖੀ ਸਿਆਸਤ ਆਮ ਆਦਮੀ ਪਾਰਟੀ ਨੇ ਦਿਖਾਈਆਂ ਮਾਈਨਿੰਗ ਦੀਆਂ ਲਿਖਤੀ ਸ਼ਿਕਾਇਤਾਂ, ਕਿਹਾ ਕਾਰਵਾਈ ਕਰਨ ਤੇ ਸੀਐਮ ਨੂੰ ਅਸੀਂ ਦੇਵਾਂਗੇ 25,000 ਦਾ ਇਨਾਮ। ਤਾਂ ਸੁਖਬੀਰ ਬੋਲੇ ਸਭ ਤੋਂ ਵੱਡਾ ਮਾਫੀਆ ਤਾਂ ਖੁਦ ਮੁੱਖ ਮੰਤਰੀ ਹੈ। ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਖਰੜ ਤੋਂ ਕਮਰ ਸੰਧੂ ਦੀ ਥਾਂ ਅਨਮੋਲ ਗਗਨ ਮਾਨ ਨੂੰ ਟਿਕਟ, ਅੰਮ੍ਰਿਤਸਰ ਉੱਤਰੀ ਤੋਂ ਕੁਮਰ ਵਿਜੇ ਪ੍ਰਤਾਪ ਅਤੇ ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ। ਸਿੰਘੂ ਤੇ ਕਿਸਾਨ ਲੱਦ ਰਹੇ ਟਰਾਲੀਆਂ ਟਰੱਕਾਂ ਦੇ ਵਿੱਚ ਸਮਾਨ, ਘਰ ਵਾਪਸੀ ਦੀ ਕਰ ਰਹੇ ਜ਼ੋਰਾਂ ਤੇ ਤਿਆਰੀ। ਧਰਨਾ ਸਥਲ ਤੇ ਪੱਕੀਆਂ ਇੱਟਾਂ ਦੇ ਨਾਲ ਬਣਾਏ ਜਾ ਰਹੇ ਆਸ਼ਿਆਨੇ ਵੀ ਢਾਏ, ਜਿੱਤ ਤੇ ਘਰ ਆਉਣ ਦੀ ਖੁਸ਼ੀ 'ਚ ਕਿਸਾਨਾਂ ਨੇ ਪਾਏ ਭੰਗੜੇ। ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵਿਰੋਧ, ਕੁਝ ਲੋਕਾਂ ਨੇ ਵਿਰੋਧ ਦੇ ਵਿੱਚ ਕੀਤੀ ਨਾਅਰੇਬਾਜ਼ੀ। ਭਾਰਤੀ ਭਾਸ਼ਾਵਾਂ ਵਾਲਾ ਮਾਈਕਰੋ ਬਲੌਗ ਕੂ ਐਪ ਪੰਜਾਬੀ ਦੇ ਵਿੱਚ ਵੀ ਹੋਇਆ ਲਾਂਚ, ਸੀਐਮ ਨੇ ਜਾਰੀ ਕੀਤਾ ਪੰਜਾਬੀ ਪ੍ਰਤੀਰੂਪ। ਲੁਧਿਆਣਾ 'ਚ 9 ਲੱਖ ਰੁਪਏ ਦੀ ਵੱਡੀ ਲੁੱਟ, 6 ਬਦਮਾਸ਼ ਫੈਕਟਰੀ ਮਾਲਕ ਤੋਂ ਪੈਸੇ ਨਾਲ ਭਰਿਆ ਬੈਗ ਖੋਹ ਕੇ ਹੋਏ ਫਰਾਰ, ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ। ਗੁਰੂਗ੍ਰਾਮ ਦੇ ਵਿੱਚ ਖੁੱਲੇ 'ਚ ਨਮਾਜ਼ ਅਦਾ ਕਰਨ ਨੂੰ ਲੈ ਕੇ ਵਿਵਾਦ ਜਾਰੀ, ਸੈਕਟਰ 44 'ਚ ਖੁੱਲੇ 'ਚ ਨਮਾਜ਼ ਅਦਾ ਕਰ ਰਹੇ ਨੇ ਨਮਾਜ਼ੀਆਂ ਦਾ ਵਿਰੋਧ ਕਰਨ ਪਹੁੰਚੇ ਕੁਝ ਲੋਕ। ਸੀਡੀਐਸ ਬਿਪਿਨ ਰਾਵਤ ਦੇ ਅੰਤਿਮ ਦਰਸ਼ਨ, ਦਿੱਲੀ ਕੈਂਟ ਦੇ ਬਰਾੜ ਸਕੁਆਇਰ ਦੇ ਵਿੱਚ ਪਹੁੰਚੀ ਯਾਤਰਾ, ਆਖਰੀ ਦਰਸ਼ਨਾਂ ਦੇ ਲਈ ਸੜਕਾਂ ਤੇ ਉਮੜਿਆ ਜਨ ਸੈਲਾਬ, ਥੋੜੀ ਦੇਰ ਬਾਅਦ ਹੋਵੇਗਾ ਅੰਤਿਮ ਸੰਸਕਾਰ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਇਲਜ਼ਾਮਾਂ ਦੀ। ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਇਲਜ਼ਾਮ, ਅਫਸਰ ਸ਼ਾਹੀ ਨੂੰ ਲੈ ਕੇ ਇਲਜ਼ਾਮ। ਜੇ ਇਲਜ਼ਾਮ ਲਗਾਏ ਗਏ ਨੇ ਬਿਕਰਮ ਮਜੀਠੀਆ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਤੇ ਕਿਹਾ ਕਿ ਪੈਸੇ ਲੈ ਕੇ ਕੀਤੇ ਜਾ ਰਹੇ ਨੇ ਅਫਸਰਾਂ ਦੇ ਤਬਾਦਲੇ। ਬਿਕਰਮ ਮਜੀਠੀਆ ਇਲਜ਼ਾਮ ਲਗਾ ਰਹੇ ਨੇ, ਉਹਨਾਂ ਨੇ ਕਿਹਾ ਕਿ 5 ਕਰੋੜ ਰੁਪਏ ਤੱਕ ਦੀ ਰਿਸ਼ਵਤ ਲਈ ਗਈ ਹੈ। ਬਿਕਰਮ ਮਜੀਠੀਆ ਇਲਜ਼ਾਮ ਲਗਾ ਰਹੇ ਨੇ। ਰਾਣਾ ਗੁਰਜੀਤ ਨੇ ਵੀ ਰੰਧਾਵਾ ਦੇ ਉੱਤੇ ਇਲਜ਼ਾਮ ਲਗਾਏ ਨੇ। ਇਹ ਦਾਅਵਾ ਕਰ ਰਹੇ ਨੇ ਬਿਕਰਮ ਮਜੀਠੀਆ ਤੇ ਉਹਨਾਂ ਨੇ ਕਿਹਾ ਕਿ ਐਕਸ਼ਨ ਲੈਣ ਦੀ ਥਾਂ ਸੀਐਮ ਚੰਨੀ ਹੁਣ ਕਵਰ ਕਰ ਰਹੇ ਨੇ। ਸੀਐਮ ਨੇ ਅਫਸਰਾਂ ਨੂੰ ਬਾਹਰ ਜਾਣ ਤੇ ਬੂਹੇ ਬੰਦ ਕਰਨ ਨੂੰ ਕਿਹਾ ਹੈ। ਰੰਧਾਵਾ ਗੈਂਗਸਟਰਾਂ ਨੂੰ ਵੀ ਸ਼ਹਿ ਦੇ ਰਹੇ ਨੇ। ਤਾਂ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਹੈ ਤੇ ਬਿਕਰਮ ਮਜੀਠੀਆ ਦੇ ਨਿਸ਼ਾਨੇ ਦੇ ਉੱਤੇ ਨੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ। ਬਿਕਰਮ ਮਜੀਠੀਆ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੀਆਂ ਟ੍ਰਾਂਸਫਰਸ ਨੇ ਸੂਬੇ ਦੇ ਵਿੱਚੋਂ ਪੈਸੇ ਲੈ ਕੇ ਕੀਤੀਆਂ ਜਾ ਰਹੀਆਂ ਨੇ, 5 ਕਰੋੜ ਤੱਕ ਰੁਪਏ ਦੀ ਰਿਸ਼ਵਤ ਲਈ ਗਈ ਹੈ। ਰਾਣਾ ਗੁਰਜੀਤ ਨੇ ਵੀ ਰੰਧਾਵਾ ਦੇ ਉੱਤੇ ਇਲਜ਼ਾਮ ਲਗਾਏ ਨੇ। ਇਹ ਵੀ ਇਲਜ਼ਾਮ ਬਿਕਰਮ ਮਜੀਠੀਆ ਦੇ ਵੱਲੋਂ ਲਗਾਏ ਗਏ ਕਿ ਰਾਣਾ ਗੁਰਜੀਤ ਨੇ ਰੰਧਾਵਾ ਦੇ ਉੱਤੇ ਇਲਜ਼ਾਮ ਲਗਾਏ ਤੇ ਫਿਰ ਕਾਰਵਾਈ ਇੱਕ ਕੈਬਨਿਟ ਮੰਤਰੀ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਉੱਤੇ ਕਾਰਵਾਈ ਜਾਂ ਜਾਂਚ ਦੇ ਜਗ੍ਹਾ ਕਵਰ ਅਪ ਕਰ ਰਹੇ ਨੇ ਮੁੱਖ ਮੰਤਰੀ ਚੰਨੀ। ਇਹ ਦਾਅਵਾ ਕਰ ਰਹੇ ਨੇ ਬਿਕਰਮ ਮਜੀਠੀਆ। ਢੱਲਾ, ਅਰਸ਼ਦੀਪ ਢੱਲਾ ਤੇ ਉਹ ਸਾਰੇ ਜਿਨ੍ਹਾਂ ਤੋਂ ਟਿਫਨ ਬੰਬ ਦੀ ਰਿਕਵਰੀ ਹੋਈ ਹੈ ਨਿੱਜਰ ਹੋਰੀ, ਉਹਨਾਂ ਨੇ ਕੋਈ ਪ੍ਰੋਗਰਾਮ ਬਣਾਇਆ ਸੀਗਾ ਮੈਨੂੰ ਟਾਰਗੇਟ ਕਰਨਾ ਔਰ ਉਸ ਖਬਰ ਨੂੰ ਵੀ ਪੂਰਾ ਦੱਬਿਆ ਜਾ ਰਿਹਾ ਕਿ ਜੇ ਨੁਕਸਾਨ ਹੁੰਦਾ ਹੋ ਲੈਣ ਦਿਓ। ਇਹ ਡੀਜੀਪੀ ਸਾਹਿਬ ਜਵਾਬ ਦੇਣ, ਏਡੀਜੀਪੀ ਸਿਕਿਉਰਿਟੀ ਜਵਾਬ ਦੇਵੇ। ਮਗਰ ਚਲੋ ਇਹ ਤਾਂ ਛੋਟਾ ਇਸ਼ੂ ਆ, ਮੈਂ ਆਪ ਦੀ ਗੱਲ ਨਹੀਂ ਕਰਦਾ, ਮੈਂ ਜਨਰਲ ਤੁਹਾਨੂੰ ਗੱਲ ਕਰ ਰਿਹਾ ਕਿ ਕਿਵੇਂ ਪੋਲਿਟਿਸਾਈਜੇਸ਼ਨ ਹੋ ਰਹੀ ਹੈ ਹਰ ਲੈਵਲ ਦੀ। ਮਤਲਬ ਇੱਥੇ ਕੱਲੀ ਮੇਰੀ ਨਹੀਂ, ਕਈਆਂ ਦੀ ਇਸ ਤਰ੍ਹਾਂ ਹਾਲਾਤ ਨੂੰ ਕੰਪਰੋਮਾਈਜ਼ ਕੀਤਾ ਜਾ ਰਿਹਾ। ਜੇ ਤੁਸੀਂ ਇਸ ਲੈਵਲ ਤੱਕ ਡਿੱਗਣ ਲੱਗ ਜਾਓਗੇ ਤੁਸੀਂ ਕਿੱਥੇ ਵੀ ਡਿੱਗ। ਐਸਪੀਜ਼ ਦੀ ਟ੍ਰਾਂਸਫਰਸ ਨੂੰ ਲੈ ਕੇ, ਡੀਐਸਪੀਜ਼ ਦੀ ਟ੍ਰਾਂਸਫਰ ਨੂੰ ਲੈ ਕੇ, ਉਸ ਵੀ ਇੱਕ ਬਾਰਡਰ ਸਟੇਟ 'ਚ ਜਿੱਥੇ ਹਮੇਸ਼ਾ ਪਾਕਿਸਤਾਨ ਗੜਬੜ ਕਰਨ ਦੀ ਹਰ ਤਰੀਕੇ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਉੱਥੇ ਇਲਜ਼ਾਮ ਕੌਣ ਲਾ ਰਿਹਾ? ਕੈਸ਼ ਫॉर ਟ੍ਰਾਂਸਫਰਸ ਦੀ, ਕਿਕਬੈਕਸ ਦੀ। ਇੱਕ ਕੈਬਨਿਟ ਮਿਨਿਸਟਰ, ਮਤਲਬ ਕਿ ਦ ਸੀਨੀਅਰ ਮੋਸਟ ਰੈਂਕਿੰਗ ਜਿਹੜੇ ਸਰਕਾਰ ਦੇ ਲੋਕ ਨੇ, 18 ਬੰਦੇ ਨੇ ਉਹ, ਇੱਕ ਕੈਬਨਿਟ ਮਿਨਿਸਟਰ, ਹੋਮ ਮਿਨਿਸਟਰ ਤੇ ਇਹ ਆਰੋਪ ਲਾ ਰਿਹਾ ਕਿ ਜਿਹੜੇ ਐਸਐਸਪੀਜ਼, ਐਸਪੀਜ਼, ਡੀਐਸਪੀਜ਼ ਇਸ ਬਾਰਡਰ ਸਟੇਟ ਤੇ ਲੱਗ ਰਹੇ ਆ, ਉਹ ਪੈਸੇ ਦਾ ਲੈਣ ਦੇਣ ਹੋ ਰਿਹਾ, ਪੈਸੇ ਹੋਮ ਮਿਨਿਸਟਰ ਕੋਲ ਜਾ ਰਹੇ ਔਰ ਫਿਰ ਇਹ ਟ੍ਰਾਂਸਫਰਸ ਹੋ ਰਹੀਆਂ ਨੇ। ਇਹ ਐਲੀਗੇਸ਼ਨ ਕੋਈ ਸਧਾਰਨ ਬੰਦਾ ਲਾਉਂਦਾ
ਕੋਈ ਆਪੋਜੀਸ਼ਨ ਦਾ ਮੈਂਬਰ ਲਾਉਂਦਾ ਤੇ ਕਹਿੰਦੇ ਰਾਜਨੀਤੀ ਹੈ। ਭਾਵੇਂ ਹੁਣ ਵੀ ਇਹਨਾਂ ਨੇ ਗੁਰਜੀਤ ਨੇ ਸਿੱਧੇ ਲਾਈਆਂ। ਤੇ ਇਸ ਸਮੇਂ ਸਾਡੇ ਨਾਲ ਕਾਂਗਰਸੀ ਆਗੂ ਜੁੜ ਰਹੇ ਨੇ ਕਮਲਜੀਤ ਬਰਾੜ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਾਂਗਰਸ ਦਾ ਇਸ ਦੇ ਉੱਤੇ ਕੀ ਪ੍ਰਤੀਕਰਮ ਹੈ। ਅਕਾਲੀ ਦਲ ਦੇ ਵੱਡੇ ਲੀਡਰ ਨੇ ਬਿਕਰਮ ਮਜੀਠੀਆ ਜੋ ਇਲਜ਼ਾਮ ਲਗਾਉਂਦੇ ਨਜ਼ਰ ਆਏ ਨੇ। ਬਰਾੜ ਸਾਹਿਬ ਕੀ ਕਹਿਣਾ ਚਾਹੋਗੇ? ਬਿਕਰਮ ਮਜੀਠੀਆ ਇਲਜ਼ਾਮ ਲਗਾ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਤੇ ਕਹਿ ਰਹੇ ਨੇ ਕਿ ਕਵਰ ਅਪ ਕਰਨ ਦੀ ਕੋਸ਼ਿਸ਼ ਮੁੱਖ ਮੰਤਰੀ ਕਰ ਰਹੇ ਨੇ। ਕਿਸ ਚੀਜ਼ ਦਾ ਇਲਜ਼ਾਮ ਲਾਇਆ ਗੌਰਵ ਜੀ? ਮੈਨੂੰ ਸਵਾਲ ਨਹੀਂ ਤੁਹਾਡਾ ਉਹ ਕਹਿ ਰਹੇ ਨੇ ਕਿ ਟ੍ਰਾਂਸਫਰ ਕਰਨ ਦੇ ਲਈ ਪੈਸੇ ਲਏ ਜਾ ਰਹੇ ਨੇ, 5 ਕਰੋੜ ਰੁਪਏ ਤੱਕ ਦੀ ਰਿਸ਼ਵਤ ਲਈ ਗਈ ਹੈ। ਇਹ ਬਿਕਰਮ ਮਜੀਠੀਆ ਦੇ ਇਲਜ਼ਾਮ ਨੇ। ਦੇਖੋ, ਜੇ ਤਾਂ ਕੋਈ ਪੰਜਾਬ ਦਾ ਬਹੁਤ ਸੁਲਝਿਆ ਹੋਇਆ ਸਿਆਣਾ ਬੰਦਾ ਕੋਈ ਇਹ ਗੱਲ ਕਹੇ ਫਿਰ ਤਾਂ ਗੱਲ ਨੇੜੇ ਤੇੜੇ ਆਪਾਂ ਮੰਨ ਵੀ ਲਈਏ, ਥੋੜੀ ਬਹੁਤ 5-4% ਗੱਲ ਮੰਨ ਲਾਂਗੇ ਵੀ ਯਾਰ ਕਿ ਚੰਗੇ ਬੰਦੇ ਨੇ ਗੱਲ ਕਹੀ ਆ। ਜਿਹੜਾ ਪੰਜਾਬ ਦੀ ਜਵਾਨੀ ਦਾ ਕਾਤਲ ਹੈ, 25 ਲੱਖ ਨੌਜਵਾਨਾਂ ਦਾ ਕਾਤਲ ਹੈ, ਉਹ ਬੰਦਾ ਇਲਜ਼ਾਮ ਲਾਵੇ। ਔਰ ਇਹ ਹੁੰਦਾ ਸੀ ਅਕਾਲੀ ਦਲ ਵੇਲੇ। ਫਿਰ ਜਦੋਂ ਜਿਹੜਾ ਅੱਜ ਤੱਕ ਇਹਨਾਂ ਦੇ ਮੱਥੇ ਦੇ ਉੱਤੇ ਵੱਡਾ ਕਲੰਕ ਹੈ, ਫਖਰੇ ਕੌਮ ਦੇ ਰਾਜ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ, ਜਦੋਂ ਸ਼ਾਂਤਮਈ ਤਰੀਕੇ ਨਾਲ ਸੰਗਤਾਂ ਨੇ ਧਰਨਾ ਲਾਇਆ, ਉਹਨਾਂ ਤੇ ਗੋਲੀਆਂ ਚਲਾਈਆਂ। ਉਹ ਕੌਣ ਸੀ? ਬਾਦਲ ਦੀ ਪੁਲਿਸ। ਹੱਥ ਠੁੱਕਾ ਬਣਾ ਕੇ ਇਹਨਾਂ ਨੇ ਕੰਮ ਲਿਆ ਪੁਲਿਸ ਤੋਂ। ਇਹਨਾਂ ਨੂੰ ਐਂ ਲੱਗਦਾ ਵੀ ਉਹੀ ਰਾਜ ਹੈ। ਫਿਰ ਬਹਿਬਲ ਕਲਾਂ ਦੇ ਵਿੱਚ ਜਦੋਂ ਸੰਗਤਾਂ ਲੰਗਰ ਵਰਤਾ ਰਹੇ ਸੀ, 2 ਨੌਜਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਪੁਲਿਸ ਹੱਥ ਠੋਕਾ ਪੁਲਿਸ ਨੂੰ ਵਰਤਣਾ ਇਹ ਅਕਾਲੀ ਜਾਂ ਭਾਜਪਾ ਵਾਲੇ ਜਾਣਦੇ ਆ। ਕਾਂਗਰਸ ਦੇ ਰਾਜ ਦੇ ਵਿੱਚ ਇੱਕ ਵੀ ਗਲਤ FIR ਨਹੀਂ ਹੋਈ, ਅੱਜ ਤੱਕ ਇੱਕ ਵੀ ਫਾਲਸ ਕੇਸ ਨਹੀਂ ਹੋਇਆਗਾ। ਜੇ ਅਸੀਂ ਪੁਲਿਸ ਅਫਸਰਾਂ ਤੇ ਦਬਾਅ ਬਣਾ ਕੇ ਬਿਕਰਮ ਮਜੀਠੀਆ ਦਾ ਇਲਜ਼ਾਮ ਇਹ ਵੀ ਹੈ ਕਿ ਰਾਣਾ ਗੁਰਜੀਤ ਇਲਜ਼ਾਮ ਲਗਾ ਰਹੇ ਨੇ। ਇਹ ਰਾਣਾ ਗੁਰਜੀਤ ਨੇ ਵੀ ਇਲਜ਼ਾਮ ਲਗਾਏ ਨੇ। ਬਿਕਰਮ ਮਜੀਠੀਆ ਕਹਿ ਰਹੇ ਨੇ ਕਿ ਸਰਕਾਰ ਦੇ ਆਪਣੇ ਮੰਤਰੀ ਇਲਜ਼ਾਮ ਲਗਾ ਰਹੇ ਨੇ ਟ੍ਰਾਂਸਫਰਸ ਨੂੰ ਲੈ ਕੇ। ਬਿਕਰਮਜੀਤ ਸਿੰਘ ਮਜੀਠੀਆ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ, ਜਦੋਂ ਉਹਦਾ ਚੇਲਾ ਇੱਕ ASI ਦਾ ਕਤਲ ਕਰਦਾ ਅੰਮ੍ਰਿਤਸਰ ਦੇ ਵਿੱਚ, ਉਹਦੀ ਧੀ ਦਾ ਪਿੱਛਾ ਕਰਦਾ ਸੀ ਤੇ ASI ਆਪਦੀ ਧੀ ਨੂੰ ਬਚਾਉਣ ਲਈ ਉਹਨੂੰ ਰੋਕਦਾ ਸੀ ਤਾਂ ਉਹਦਾ ਕਤਲ ਹੋਇਆ ਤੇ ਬਿਕਰਮ ਮਜੀਠੀਆ ਦੇ ਨਾਅਰੇ ਲੱਗੇ। ਅਜੇ ਤੱਕ ਬਿਕਰਮ ਮਜੀਠੀਆ ਨੇ ਇਸ ਗੱਲ ਤੇ ਜਵਾਬ ਨਹੀਂ ਦਿੱਤਾ। ਤੇ ਇਹ ਬਿਕਰਮ ਮਜੀਠੀਆ ਉਹੀ ਹੈ ਨਾ ਕਿ ਜਦੋਂ ਅਦਾਲਤ ਦੇ ਵਿੱਚ ਰਿਪੋਰਟ ਖੁੱਲਣ ਦੀ ਗੱਲ ਆਈ, ਨਸ਼ਾ ਤਸਕਰਾਂ ਦੀ, ਨਸ਼ੇ ਦੀ SIT ਦੀ ਰਿਪੋਰਟ ਖੁੱਲਣ ਦੀ ਗੱਲ ਆਈ, ਤੇ ਆਪਣੇ ਆਪ ਨੂੰ ਧਿਰ ਬਣਾ ਕੇ ਉੱਥੇ ਨੇ ਆਪਦਾ ਵਕੀਲ ਖੜਾ ਕੀਤਾ ਕਿ ਰਿਪੋਰਟ ਜਨਤਕ ਨਾ ਕੀਤੀ ਜਾਵੇ, ਰਿਪੋਰਟ ਖੋਲੀ ਨਾ ਜਾਵੇ। ਇਹ ਉਹੀ ਬਿਕਰਮ ਮਜੀਠੀਆ ਹੈ। ਕੋਈ ਸਾਫ਼ ਸੁਥਰੇ ਪਾਕ ਦਾਮਨ ਵਾਲਾ ਸਿਆਸੀ ਆਗੂ ਕੋਈ ਗੱਲ ਕਹੇ ਤਾਂ ਆਪਾਂ ਮੰਨ ਵੀ ਲੈਂਦੇ ਹਾਂ, ਕਾਬਲੇ ਗੌਰ ਹੋਊਗੀ। ਪਰ ਜਿਹੜੇ ਲੋਕਾਂ ਨੂੰ, ਜਿਹੜੀ ਧਿਰ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੋਵੇ ਤੇ ਜਿਹੜੀ ਧਿਰ ਦੇ ਉੱਤੇ ਚਿੱਟੇ ਵਰਗੇ ਇਲਜ਼ਾਮ ਲੱਗੇ ਹੋਣ, ਭੋਲੇ ਵਰਗੇ ਜਿਹੜੇ ਵੱਡੇ ਤਸਕਰ ਆ ਉਹ ਇਹਦਾ ਨਾਮ ਲੈਂਦੇ ਹੁਣ, ਸੱਤੇ ਪਿੰਦੇ ਦਾ ਤੇ ਇਹਦਾ, ਤੇ ਇਹ ਬੰਦਾ ਕਿਸੇ ਹੋਰ ਤੇ ਉਂਗਲ ਚੱਕੇ, ਇਹ ਇਸ ਤੋਂ ਵਧੀਆ, ਇਸ ਤੋਂ ਵੱਡੀ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ। ਤੁਹਾਨੂੰ ਲੱਗਦਾ ਕਿ ਜਾਂਚ ਹੋਣੀ ਚਾਹੀਦੀ ਹੈ ਬਿਕਰਮ ਮਜੀਠੀਆ ਜੋ ਇਲਜ਼ਾਮ ਲਗਾ ਰਹੇ ਨੇ? ਕਿਉਂਕਿ ਟ੍ਰਾਂਸਫਰਸ ਨੂੰ ਲੈ ਕੇ ਬਹੁਤ ਸਾਰੇ ਪਹਿਲਾਂ ਵੀ ਸਵਾਲ ਉੱਠਦੇ ਰਹੇ। ਬਿਕਰਮ ਮਜੀਠੀਆ ਦੇ ਲਾਏ ਇਲਜ਼ਾਮਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ। ਜਿਹੜੇ ਬਿਕਰਮ ਮਜੀਠੀਆ ਦੇ ਇਲਜ਼ਾਮ ਲੱਗੇ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ। ਜਿਹੜਾ ਇੱਕ ਥਾਣੇਦਾਰ ਆਪਦੀ ਧੀ ਦੀ ਇੱਜ਼ਤ ਬਚਾਉਂਦਾ ਕਤਲ ਹੋਇਆ, ਜਿਹੜੀ ਦੇਖੋ ਇਹ ਕਹਿ ਦਿੰਦੇ ਆ ਜਦੋਂ ਇਹਨਾਂ ਨੂੰ ਕਹਿੰਦੇ ਵੀ ਬਰਗਾੜੀ ਦਾ ਇਨਸਾਫ ਨਹੀਂ ਮਿਲਿਆ ਤਾਂ ਕਹਿਣਗੇ ਜੀ ਉਹ CBI ਕੋਲ ਚਲੀ ਗਈ ਸੀ ਰਿਪੋਰਟ। ਤੇ ਜਿਹੜੇ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਉਹ ਤਾਂ CBI ਕੋਲ ਨਹੀਂ ਨਾ ਗਈ, ਉਹ ਤਾਂ ਇੱਥੇ ਹੀ ਆ ਪੰਜਾਬ ਦੀ ਸਰਕਾਰ ਕੋਲੇ ਸੀ। 2 ਸਾਲ ਇਹਨਾਂ ਦੀ ਸਰਕਾਰ ਰਹੀ, ਇਹਨਾਂ ਨੇ ਕਿਉਂ ਨਹੀਂ ਕੀਤਾ? ਉਹਦਾ ਤਾਂ ਇਨਸਾਫ ਦਿੰਦੇ, ਲੋਕਾਂ ਨੂੰ ਦੱਸਦੇ, ਕਿਉਂਕਿ ਇਹ ਪੁਲਿਸ ਨੂੰ ਹੱਥ ਠੋਕੇ ਵਾਂਗੂ ਵਰਤਦੇ ਆ। ਇਹਨਾਂ ਨੂੰ ਵਰਤਣਾ ਆਉਂਦਾ, ਪੁਲਿਸ ਨੂੰ ਦਬਾਅ ਨਾਲ ਵਰਤਦੇ ਆ। ਅੱਜ ਵੀ ਬਿਕਰਮ ਮਜੀਠੀਆ ਚੈਲੰਜ ਕਰ ਰਿਹਾ ਸਾਰੀ ਪੁਲਿਸ ਨੂੰ ਕਿ ਮੇਰੇ ਤੇ ਕੇਸ ਕਰਕੇ ਦਿਖਾਓ, ਮੈਨੂੰ ਫੜ ਕੇ ਦਿਖਾਓ। ਪੁਲਿਸ ਨੂੰ ਅੱਖਾਂ ਦਿਖਾ ਰਹੇ ਆ ਕਿ ਸਾਡੀ ਸਰਕਾਰ ਆਊਗੀ, ਅਸੀਂ ਤੁਹਾਨੂੰ ਫਿਰ ਉਵੇਂ ਵਰਤਾਂਗੇ, ਤੁਹਾਨੂੰ ਲਾਲਚ ਦੇਵਾਂਗੇ। ਇਹਨਾਂ ਨੇ ਸਮੇਤ ਸੈਣੀ ਵਰਗੇ ਜਿਹੜੇ ਸਿੱਖਾਂ ਦੇ ਕਾਤਲ ਸੀ ਉਹਨਾਂ ਨੂੰ DGP ਲਾ ਕੇ ਰੱਖਿਆ। ਇਜ਼ਹਾਰ ਆਲਮ ਵਰਗਿਆਂ ਨੂੰ DGP ਲਾ ਕੇ ਇਹਨਾਂ ਨੇ ਟਿਕਟਾਂ ਦਿੱਤੀਆਂ ਉਹਨਾਂ ਨੂੰ। ਇਹ ਤਾਂ ਸਿੱਖ ਕੌਮ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ। ਵੱਡੇ ਬਾਦਲ ਦੇ ਪੈਰ 'ਚ ਪੈਰ ਧਰ ਰਹੇ ਆ। ਜਿਵੇਂ ਉਹਨੇ ਸਿੱਖ ਕੌਮ ਦਾ ਕਤਲੇਆਮ ਕੀਤਾ, ਉਸੇ ਤਰ੍ਹਾਂ ਇਹ ਦੋਵੇਂ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਇਨਾਮ ਦਿੰਦੇ ਰਹੇ ਆ। ਤੇ ਇਹਨਾਂ ਦੀ ਪ੍ਰਵਿਰਤੀ ਆ ਤਾਂ ਇਹ ਸੋਚਦੇ ਆ ਕਿ ਦੂਜੀ ਸਿਆਸੀ ਧਿਰ ਵੀ ਇਸੇ ਤਰ੍ਹਾਂ ਚੱਲੂਗੀ। ਇਹ ਸਰਾਸਰ ਝੂਠ ਹੈ। ਇਲਜ਼ਾਮ ਕਿਸੇ ਤੇ ਵੀ ਲੱਗ ਸਕਦਾ, ਕੋਈ ਵੀ ਲਾ ਸਕਦਾ, ਪਰ ਇਲਜ਼ਾਮ ਨੂੰ ਗੁਨਾਹ ਦੇ ਵਿੱਚ ਤਬਦੀਲ ਕਰਨਾ ਵੱਡੀ ਗੱਲ ਇਹ ਹੁੰਦੀ ਆ। ਸ਼ੁਕਰੀਆ ਕਮਲਜੀਤ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਲਈ ਤਾਂ 5 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ, 5 ਕਰੋੜ ਰੁਪਏ ਤੱਕ ਦੀ ਰਿਸ਼ਵਤ ਲਈ ਗਈ ਹੈ। ਬਿਕਰਮ ਮਜੀਠੀਆ ਇਲਜ਼ਾਮ ਲਗਾ ਰਹੇ ਨੇ ਤੇ ਜਿਹੜੇ ਕਾਂਗਰਸੀ ਆਗੂ ਨੇ ਉਹ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਨੇ। ਖੈਰ, ਸਿਆਸਤ ਇਸ ਸਮੇਂ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਖੂਬ ਹੁੰਦੀ ਹੋਈ ਨਜ਼ਰ ਆ ਰਹੀ ਹੈ, ਪਰ ਸਵਾਲ ਇਹ ਹੈ ਕਿ ਆਖਿਰ ਟ੍ਰਾਂਸਫਰਸ ਨੂੰ ਲੈ ਕੇ ਬਹੁਤ ਸਾਰੇ ਇਲਜ਼ਾਮ ਪਹਿਲਾਂ ਲੱਗਦੇ ਰਹੇ ਨੇ ਕਿ ਬਾਕੀ ਰਾਣਾ ਗੁਰਜੀਤ ਕੈਬਨਿਟ ਮੰਤਰੀ, ਉਹਨਾਂ ਦੇ ਵੱਲੋਂ ਵੀ ਕੋਈ ਇਲਜ਼ਾਮ ਲਗਾਏ ਗਏ ਆਪਣੀ ਸਰਕਾਰ ਦੇ ਇੱਕ ਮੰਤਰੀ ਦੇ ਉੱਤੇ ਟ੍ਰਾਂਸਫਰਸ ਨੂੰ ਲੈ ਕੇ, ਕਿਉਂਕਿ ਬਿਕਰਮ ਮਜੀਠੀਆ ਤਾਂ ਇਹੀ ਦਾਅਵਾ ਕਰ ਰਹੇ ਨੇ।
ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ। ਦੂਜੀ ਲਿਸਟ ਜਾਰੀ ਹੋ ਚੁੱਕੀ ਹੈ। 30 ਉਮੀਦਵਾਰ ਇਸ ਲਿਸਟ ਦੇ ਵਿੱਚ ਜਾਰੀ ਕੀਤੇ ਗਏ ਨੇ ਆਮ ਆਦਮੀ ਪਾਰਟੀ ਨੇ ਤੇ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਮਾਝਾ, ਮਾਲਵਾ, ਦੁਆਬਾ ਤਿੰਨੇ ਖਿੱਤਿਆਂ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਤਾਂ 30 ਉਮੀਦਵਾਰਾਂ ਦੀ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਅਤੇ ਇੱਕ ਇੱਕ ਕਰਕੇ ਤੁਹਾਨੂੰ ਉਮੀਦਵਾਰਾਂ ਦੇ ਨਾਮ ਵੀ ਦਿਖਾ ਰਹੇ ਹਾਂ। ਪਰ ਜਿਹੜੇ ਅਹਿਮ ਨੇ ਉਹਨਾਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ। ਅੰਮ੍ਰਿਤਸਰ ਉੱਤਰੀ ਤੋਂ ਗਗਨ ਅਨਮੋਲ ਮਾਨ ਉਹਨਾਂ ਨੂੰ ਟਿਕਟ ਮਿਲੀ ਹੈ। ਖਰੜ ਵਿਧਾਨ ਸਭਾ ਹਲਕੇ ਤੋਂ, ਲੰਬੀ ਵਿਧਾਨ ਸਭਾ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਮਿਲੀ ਹੈ। ਰਾਮਪੁਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਨੂੰ ਟਿਕਟ ਮਿਲੀ ਹੈ। ਪਾਇਲ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟਿਕਟ ਮਿਲੀ ਹੈ। ਜਿਹੜੇ 30 ਉਮੀਦਵਾਰ ਅੱਜ ਐਲਾਨੇ ਨੇ ਉਹਨਾਂ ਦੇ ਵਿੱਚ 16 ਮਾਲਵੇ ਤੋਂ ਨੇ, 11 ਮਾਝੇ ਤੋਂ ਨੇ, 3 ਦੁਆਬੇ ਦੀਆਂ ਸੀਟਾਂ ਤੇ ਐਲਾਨ ਹੋਇਆ। ਹੁਣ ਤੱਕ 40 ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਕਰ ਚੁੱਕੀ ਹੈ। ਮੈਂ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ, ਪਰਿਵਾਰ ਵੱਲੋਂ, ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਦੇ ਸਾਰੇ ਹੀ ਵਰਕਰ ਸਾਹਿਬਾਨਾਂ ਵੱਲੋਂ, ਸਾਡੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ, ਹਾਈ ਕਮਾਂਡ ਦਾ, ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਸਾਡੇ ਪ੍ਰਧਾਨ ਸਾਹਿਬ ਹਰਪਾਲ ਚੀਮਾ ਜੀ, ਵਿਰੋਧੀ ਧਿਰ ਦੇ ਨੇਤਾ ਤੇ ਆਲ ਹਾਈ ਕਮਾਂਡ ਦੇ ਸਾਡੇ ਲੀਡਰ ਸਾਹਿਬਾਨਾਂ ਦਾ, ਜਿਨ੍ਹਾਂ ਨੇ ਮੈਨੂੰ ਅੱਜ ਟਿਕਟ ਦੇ ਕੇ ਨਵਾਜਿਆ। ਮੈਂ ਪੂਰਨ ਵਿਸ਼ਵਾਸ ਦਿਵਾਉਣਾ, ਇਮਾਨਦਾਰੀ ਨਾਲ ਦਿਨ ਰਾਤ ਮਿਹਨਤ ਕਰਕੇ 24 ਘੰਟੇ ਕੰਮ ਕਰਕੇ ਸਾਰੇ ਹੀ ਹਲਕੇ ਨੂੰ ਨਾਲ ਲੈ ਕੇ ਤੇ ਨਿਮਾਣਾ ਬਣ ਕੇ ਜਿੱਤ ਕੇ ਸੀਟ ਇਹ ਪਾਰਟੀ ਦੀ ਝੋਲੀ ਪਾਊਂਗਾ। ਮੈਂ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਤੇ ਸਾਰੀ ਟੀਮ ਨੂੰ ਵਿਸ਼ਵਾਸ ਦਿਵਾਉਣਾ ਵੀ ਅਸੀਂ ਜਿੱਤ ਕੇ। ਚੈਲੰਜ ਜਿਹੜੇ ਸਾਡੇ ਲਈ ਹੈਗੇ ਇਸ ਵਾਰ ਤਕਰੀਬਨ ਉੱਦਾਂ ਤਾਂ ਲੋਕਾਂ ਨੇ ਮਨ ਬਣਾ ਹੀ ਲਿਆ ਹੈਗਾ ਸਾਰਾ ਕੁਝ। ਅਸੀਂ ਦੇਖਦੇ, ਅਸੀਂ ਘਰ ਘਰ ਘੁੰਮਦੇ, ਅਸੀਂ ਪਿੰਡ ਪਿੰਡ ਘੁੰਮਦੇ, ਆਪਾਂ ਸਾਰੇ ਇਹੀ ਕਹਿ ਰਹੇ ਕਿ ਡਾਕਟਰ ਸਾਹਿਬ ਇਸ ਵਾਰ ਅਸੀਂ ਦੋਨੋਂ ਪਾਰਟੀਆਂ ਦੇ ਰਾਜ ਦੇਖ ਲਿਆ, ਦੋਨੋਂ ਪਾਰਟੀ ਸਰਕਾਰਾਂ ਦੇਖ ਲਿਆ, ਦੋਨੋਂ ਪਾਰਟੀ ਸਮਾਂ ਦੇਖ ਲਿਆ। ਅਸੀਂ ਬਦਲ ਚਾਹੁੰਦੇ, ਕੁਝ ਇਸ ਵਾਰੀ ਅਲੱਗ ਹੋਵੇ, ਕੋਈ ਨਵੀਂ ਪਾਰਟੀ ਆਵੇ ਤੇ ਨਵੀਂ ਪਾਰਟੀ ਦਾ ਜਿਹੜਾ ਨਾਂ ਲੈਂਦੇ ਹੈਗੇ ਉਹ ਆਮ ਆਦਮੀ ਪਾਰਟੀ ਦਾ ਲੈਂਦੇ ਆ। ਤੇ ਅਸੀਂ ਪੁੱਛਦੇ ਕੀ ਕਾਰਨ ਆ, ਤੁਸੀਂ ਆਮ ਆਦਮੀ ਪਾਰਟੀ ਨੂੰ ਕਿਉਂ ਚਾਹੁੰਦੇ ਆ? ਕਿਉਂਕਿ ਸਾਨੂੰ ਕਹਿੰਦੇ ਵਿਸ਼ਵਾਸ ਹੀ ਇਸ ਪਾਰਟੀ ਹੈ ਕਿ ਇਹੀ ਪਾਰਟੀ ਹੈਗੀ ਆ ਜੋ ਕਹਿੰਦੀ ਕਰਕੇ ਦਿਖਾਉਂਦੀ ਆ, ਜੋ ਕਿਹਾ ਨੇ ਕਰਕੇ। ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਲਿਸਟ ਦਾ ਨਾਮ ਐਲਾਨ ਕੀਤਾ। ਦੂਜੀ ਲਿਸਟ ਜਾਰੀ ਕੀਤੀ ਹੈ। 30 ਉਮੀਦਵਾਰਾਂ ਦਾ ਨਾਮ ਐਲਾਨਿਆ ਹੈ। ਹੁਣ ਤੱਕ ਅਕਾਲੀ ਦਲ ਵੱਲੋਂ ਆਪਣੇ ਬਹੁਤ ਸਾਰੇ ਉਮੀਦਵਾਰਾਂ ਕਰੀਬ 90 ਉਮੀਦਵਾਰਾਂ ਦਾ ਨਾਮ ਐਲਾਨਿਆ ਗਿਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਲਿਸਟ ਹੈ ਤੇ ਕਾਂਗਰਸ ਹਰ ਵਾਰ ਦੀ ਤਰ੍ਹਾਂ ਲੱਗ ਰਿਹਾ ਕਿ ਬਿਲਕੁਲ ਇਲੈਕਸ਼ਨ ਦੇ ਨੇੜੇ ਜਾ ਕੇ ਉਮੀਦਵਾਰਾਂ ਦਾ ਐਲਾਨ ਕਰੇਗੀ। ਇਹ ਆਮ ਤੌਰ ਤੇ ਜਿਵੇਂ ਪਹਿਲਾਂ ਵੀ ਲੱਗਦਾ ਸੀ। ਤੇ ਅੱਗੇ ਵਧਦੇ ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਮਾਸਟਰ ਬਲਦੇਵ ਸਿੰਘ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਇੱਕ ਵੱਡੀ ਖਬਰ ਹੈ, ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਜਿੱਤੇ ਸੀ 2017 ਦੇ ਵਿੱਚ। ਹਾਲਾਂਕਿ ਉਹਨਾਂ ਦੀ ਜੋ ਵਿਧਾਇਕੀ ਹੈ ਉਹ ਤਾਂ ਰੱਦ ਹੋ ਚੁੱਕੀ ਹੈ, ਪਰ ਮਾਸਟਰ ਬਲਦੇਵ ਸਿੰਘ ਹੁਣ ਕਾਂਗਰਸ ਦੇ ਜ਼ਰੂਰ ਹੋ ਚੁੱਕੇ ਨੇ। ਸੀਐਮ ਚੰਨੀ ਨੇ ਪਾਰਟੀ ਦੇ ਵਿੱਚ ਉਹਨਾਂ ਦਾ ਵੈਲਕਮ ਕੀਤਾ ਹੈ। ਮਾਨਸਾ ਵਾਲੀ ਰੈਲੀ ਦੇ ਵਿੱਚ ਮਾਸਟਰ ਬਲਦੇਵ ਪਹੁੰਚੇ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਨੇ ਮਾਸਟਰ ਬਲਦੇਵ ਤੇ ਹੁਣ ਸ਼ਾਮਿਲ ਹੋ ਚੁੱਕੇ ਨੇ ਕਾਂਗਰਸ ਦੇ ਵਿੱਚ। ਤਾਂ ਇੱਕ ਇੱਕ ਕਰਕੇ ਕਈ ਵਿਧਾਇਕ ਨੇ ਜਿਹੜੇ 2017 ਦੇ ਵਿੱਚ ਜਿੱਤੇ ਸਨ ਆਮ ਆਦਮੀ ਪਾਰਟੀ ਦੀ ਟਿਕਟ ਤੋਂ, ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੇ ਵਿੱਚ ਸੁਖਪਾਲ ਖਹਿਰਾ ਦਾ ਨਾਮ ਹੈ, ਜਗਦੇਵ ਸਿੰਘ ਕਮਾਲੂ ਦਾ ਨਾਮ ਹੈ, ਪਰਮਲ ਸਿੰਘ ਖਾਲਸਾ ਦਾ ਨਾਮ ਹੈ, ਮਾਸਟਰ ਬਲਦੇਵ ਸਿੰਘ ਦਾ ਨਾਮ ਵੀ ਸ਼ਾਮਲ ਹੋ ਗਿਆ। ਰੁਪਿੰਦਰ ਕੌਰ ਰੂਬੀ ਦਾ ਨਾਮ ਸ਼ਾਮਲ ਹੋ ਚੁੱਕਾ ਹੈ। ਇਸ ਦੇ ਨਾਲ ਜੱਗਾ ਇਸੋਵਾਲ ਦਾ ਨਾਮ ਸ਼ਾਮਲ ਹੋ ਚੁੱਕਾ ਹੈ। ਨਾਜਰ ਸਿੰਘ ਮਾਨਸ਼ਾਹੀਆ ਦਾ ਨਾਮ ਸ਼ਾਮਲ ਹੋ ਚੁੱਕਾ ਹੈ। ਤਾਂ 7 ਜਿਹੜੇ ਵਿਧਾਇਕ ਨੇ ਉਹ ਕਾਂਗਰਸ ਦੇ ਵਿੱਚ ਆ ਚੁੱਕੇ ਨੇ। ਉਸ ਤੋਂ ਬਾਅਦ ਇੱਕ ਵਿਧਾਇਕ ਜੋ ਐਚਐਸ ਫੂਲਕਾ ਜਿੱਤੇ ਸੀ ਉਹ ਤਾਂ ਸਿਆਸਤ ਤੋਂ ਹੀ ਕਿਨਾਰਾ ਕਰ ਗਏ। ਇੱਕ ਕਮਰ ਸੰਧੂ ਜਿਹੜੇ ਕਿਤੇ ਨਾ ਕਿਤੇ ਉਹ ਲੱਗ ਰਿਹਾ ਕਿ ਉਹ ਵੀ ਸਿਆਸਤ ਤੋਂ ਕਿਨਾਰਾ ਫਿਲਹਾਲ ਕਰਦੇ ਨਜ਼ਰ ਆ ਰਹੇ ਨੇ। ਤਾਂ 20 ਦੇ ਵਿੱਚੋਂ 9 ਵਿਧਾਇਕ ਅਜਿਹੇ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਦੂਰ ਹੋ ਚੁੱਕੇ ਨੇ। ਅੱਗੇ ਵਧਦੇ ਤੇ ਗੱਲ ਬੇਅਦਬੀ ਮਾਮਲੇ ਦੀ। ਉਸ ਪੂਰੇ ਮਾਮਲੇ ਨਾਲ ਜੁੜਿਆ ਹੋਇਆ ਅਪਡੇਟ ਇਹ ਹੈ ਕਿ ਐਸਆਈਟੀ ਜੋ ਡੇਰਾ ਸਿਰਸਾ ਪਹੁੰਚੀ ਸੀ ਉਸਨੇ ਪੁੱਛ ਪੜਤਾਲ ਕੀਤੀ ਹੈ। ਐਸਆਈਟੀ ਨੇ ਡੇਰੇ ਦੇ ਵਾਈਸ ਚੇਅਰਮੈਨ ਡਾਕਟਰ PR ਨੈਨ ਤੋਂ ਪੁੱਛਗਿੱਛ ਕੀਤੀ ਹੈ। ਕਰੀਬ 4.5 ਘੰਟੇ ਤੱਕ ਐਸਆਈਟੀ ਸਵਾਲ ਕਰਦੀ ਰਹੀ। ਐਸਆਈਟੀ ਨੂੰ ਵਿਪਾਸਨਾ ਹਿੰਸਾ ਨਹੀਂ ਮਿਲੀ। ਮੀਡੀਆ ਦੇ ਨਾਲ ਬਿਨਾਂ ਗੱਲਬਾਤ ਕੀਤੇ ਹੀ ਡੇਰੇ ਦੇ ਵਿੱਚੋਂ ਐਸਆਈਟੀ ਦੀ ਟੀਮ ਨਿਕਲੀ ਹੈ। ਤਾਂ ਇਸ ਤੋਂ ਪਹਿਲਾਂ ਵੀ ਇੱਕ ਵਾਰ ਤਾਂ ਲੁਧਿਆਣਾ ਬੁਲਾਇਆ ਗਿਆ ਸੀ ਐਸਆਈਟੀ ਦੇ ਵੱਲੋਂ ਕਿ ਆ ਕੇ ਤੁਸੀਂ ਇੱਥੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਦੇਵੋ। ਤਾਂ ਉਹ ਤਾਂ ਉੱਥੇ ਨਹੀਂ ਪਹੁੰਚੇ ਸਨ, ਨਾ ਹੀ ਵਿਪਾਸਨਾ ਹਿੰਸਾ ਪਹੁੰਚੇ, ਨਾ ਹੀ ਜਿਹੜੇ ਡਾਕਟਰ ਨੈਨ ਨੇ ਉਹ ਉੱਥੇ ਪਹੁੰਚੇ। ਇਸ ਤੋਂ ਪਹਿਲਾਂ ਵੀ ਇੱਕ ਵਾਰ ਐਸਆਈਟੀ ਪੁੱਛ ਪੜਤਾਲ ਦੇ ਲਈ ਪਹੁੰਚੀ ਸੀ। ਉਸ ਸਮੇਂ ਵੀ
ਪੁੱਛ ਪੜਤਾਲ ਜ਼ਿਆਦਾ ਨਹੀਂ ਹੋ ਸਕੀ ਸੀ, ਪਰ ਇਸ ਵਾਰ ਡਾਕਟਰ ਨੈਣ ਤੋਂ ਤਾਂ ਪੁੱਛਗਿੱਛ ਹੋਈ ਹੈ। ਡਾਕਟਰ PR ਨੈਣ ਤੋਂ ਰੁਕ ਕਰਦੇ ਹਾਂ। ਸਾਡੇ ਸਹਿਯੋਗੀ ਇਸ ਸਮੇਂ ਨਕੁਲ ਜਸੂਜਾ ਸਾਡੇ ਨਾਲ ਜੁੜ ਰਹੇ ਨੇ। ਨਕੁਲ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? SIT ਕਿੰਨੀ ਦੇਰ ਉੱਥੇ ਰਹੀ है, कौन कौन पहुंचा होया सी, किस किस तो पुछ पड़ताल हुई है? देखिए, बिल्कुल गौरव शुक्ला, अगर बात की जाए तो SIT लगभग 4.5 घंटे जो है वो डेरा सच्चा सौदा में रही। SIT हेड SPS परमार, वो खुद उन्होंने पूछताछ की है। डेरा के वाइस चेयरमैन हैं डॉक्टर PR नैन। पहले जब पिछली पूछताछ के दौरान दोनों ही PR नैन हो या विपासना हो, दोनों ही डेरा में नहीं मिले थे, लेकिन आज डॉक्टर PR नैन मिले हैं। उनके साथ एडवोकेट का जो पैनल था वो मिला है और लगभग 4.5 घंटे, जिनमें मान के चलेंगे कि 3-3.5 घंटे उनसे पूछताछ हुई है और उसके अलावा जो आने का और जाने का प्रोसीडिंग्स होती है, तो 4.5 घंटे वो डेरा सच्चा सौदा में रहे हैं। अब से कुछ देर बाद SPS परमार मीडिया ब्रीफिंग करेंगे और जानकारी देंगे कि आगे फर्दर क्या होगा। लेकिन यहाँ एक अहम बात गौरव ये निकल कर आई है कि डेरा के एडवोकेट ने सवाल उठाए हैं। उन्होंने कहा कि बेअदबी मामले में CBI ने क्लीन चिट दी हुई है, कोर्ट में क्लोजर रिपोर्ट सबमिट की हुई है, तो फिर बावजूद इसके SIT क्यों जांच कर रही है। उनकी तरफ से ये भी आरोप लगाए गए हैं कि पॉलिटिकल मोटिवेटेड केसेस जो है वो किए जा रहे हैं। तो इस तरह की बात डेरा की तरफ से आई है। उनके एडवोकेट ने अपना पक्ष रखा है, तो अब से कुछ ही देर बाद ब्रीफिंग करेंगे SPS परमार और जानकारी पूरी देंगे। जी ठीक है, तो प्रेस ब्रीफ किया जाएगा, मतलब मीडिया से बात करेंगे। SPS परमार जो SIT के हेड हैं, उनकी तरफ से बात की जाएगी। नकुल जसूजा ये जानकारी दे रहे हैं। नकुल, विपासना इंसान नहीं थी या मिली नहीं या पूछताछ नहीं हुई? विपासना इंसा की बात की जाए तो जो जानकारी डेरा की तरफ से निकल कर आ रही है, पिछले 1 साल से वो छुट्टी पर चल रहे हैं और बीमारी का हवाला उनकी तरफ से दिया गया है। हालांकि पिछली बार जब SIT जांच करने के लिए यहाँ पर आई थी, तब ये जानकारी उनको SIT को भी दी गई थी और उसके अलावा ये भी कहा गया था कि PR नैन भी जो है वो बीमार हैं, स्वस्थ नहीं है, इसलिए वो भी पूछताछ में शामिल नहीं हो सकते। लेकिन 1.5 साल से विपासना इंसा जो है वो डेरा सच्चा सौदा में नहीं आई है, यानी कि उन्हें लीव पर कह सकते हैं। तो आज भी जो हमारे सोर्सेज हैं या हमें जानकारी जो मिली है कि विपासना इंसा आज भी SIT के सामने पेश नहीं हुई। सिर्फ डॉक्टर PR नैन जो हैं वो अपने एडवोकेट के पैनल्स के साथ SIT के समक्ष पेश हुए हैं। बाकी SIT से क्या सवाल उन्होंने किए, क्या उन्होंने जवाब मांगे, वो अब से कुछ ही देर बाद SPS परमार हैं वो मीडिया को ब्रीफिंग करेंगे, क्योंकि डेरा में उनकी तरफ से ब्रीफिंग नहीं की गई। अब वो कुछ देर बाद वो ब्रीफिंग सिरसा में करेंगे और जानकारी देंगे कि पूछताछ में क्या कुछ निकल कर आया है और आगे फर्दर किस तरह से SIT काम करेगी। हालांकि पिछली बार परमार ने कहा था कि SIT अपनी बिल्कुल सही दिशा में जा रही है, जांच में जा रही है, तो वहीं डेरा की तरफ से एलिगेशन लगातार यही लगाए जा रहे हैं कि पॉलिटिकल मोटिवेटेड है। और आज डेरा की वकील की तरफ से ये भी कहा गया कि CBI ने क्लोजर रिपोर्ट दी है, बावजूद इसके SIT जांच कर रही है। तो इस तरह की बातें रखी गई हैं और पूरी जानकारी अब से कुछ ही देर बाद परमार देंगे कि क्या कुछ पूछताछ में निकलकर सामने आया है। जी ठीक है नकुल, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ SIT ਨੂੰ ਵਿਪਾਸਨਾ ਇੰਸਾ ਨਹੀਂ ਮਿਲੀ ਹੈ, ਪੁੱਛ ਪੜਤਾਲ ਹੋਈ ਹੈ। ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ। ਇਸ ਸਮੇਂ ਬਿਪਿਨ ਰਾਵਤ ਨੂੰ ਰੱਖਿਆ ਮੰਤਰੀ ਸ਼ਰਧਾਂਜਲੀ ਦੇ ਰਹੇ ਨੇ।
ਇਹ ਤਸਵੀਰਾਂ ਬਰਾੜ ਸਕੁਆਇਰ ਦਿੱਲੀ ਕੈਂਟ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਵਿਪਿਨ ਰਾਵਤ, ਜਨਰਲ ਵਿਪਿਨ ਰਾਵਤ, ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ। ਇਸ ਤੋਂ ਪਹਿਲਾਂ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਉੱਥੇ ਪਹੁੰਚੇ ਨੇ, ਉਹਨਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਜਨਰਲ ਵਿਪਿਨ ਰਾਵਤ ਤੇ ਉਹਨਾਂ ਦੀ ਪਤਨੀ ਉਸ ਚੌਪਰ ਹੈਲੀਕਾਪਟਰ ਦੇ ਵਿੱਚ ਸਵਾਰ ਸਨ ਜੋ ਹਾਦਸੇ ਦਾ ਸ਼ਿਕਾਰ ਹੋਇਆ ਬੁੱਧਵਾਰ ਨੂੰ ਤਮਿਲਨਾਡੂ ਦੇ ਕੁੰਨੂਰ ਦੇ ਵਿੱਚ। ਦੁਪਹਿਰੇ 12:20 ਤੇ ਉਹ ਹਾਦਸਾ ਵਾਪਰਿਆ ਸੀ ਤੇ 14 ਲੋਕ ਸਵਾਰ ਸਨ। ਜਨਰਲ ਵਿਪਿਨ ਰਾਵਤ, ਉਹਨਾਂ ਦੀ ਪਤਨੀ ਤੇ ਜਿਹੜੇ ਹੋਰ ਕ੍ਰਿਊ ਮੈਂਬਰ ਸਨ, ਟੋਟਲ 14 ਲੋਕ ਸਵਾਰ ਸੀ। ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵਿੱਚੋਂ 13 ਦੀ ਮੌਤ ਦੀ ਖਬਰ ਸਾਹਮਣੇ ਆਈ। ਇਹ ਤਸਵੀਰਾਂ ਪਰਿਵਾਰਕ ਮੈਂਬਰ ਬੇहद ਭਾਵੁਕ ਉਹਨਾਂ ਦੇ ਲਈ ਇਹ ਸਮਾਂ ਹੈ ਕਿਉਂਕਿ ਨਹੀਂ ਕਿਸੇ ਨੇ ਸੋਚਿਆ ਸੀ। ਕਰੀਬ 60 ਤੋਂ 61 ਸਾਲ ਦੀ ਉਮਰ ਸੀ ਜਨਰਲ ਵਿਪਿਨ ਰਾਵਤ ਦੀ। ਤਾਂ ਬਹੁਤ ਜ਼ਿਆਦਾ ਉਮਰ ਤਾਂ 60 ਸਾਲ 61 ਸਾਲ ਦੀ ਨਹੀਂ ਕਹੀ ਜਾਂਦੀ ਔਰ ਇਸ ਸਮੇਂ ਦੇਸ਼ ਦੇ ਸਭ ਤੋਂ ਵੱਡੇ ਫੌਜੀ ਅਫਸਰ ਦੇ ਤੌਰ ਦੇ ਉੱਤੇ ਵੀ ਉਹ ਭੂਮਿਕਾ ਨਿਭਾ ਰਹੇ ਸਨ। ਬੁੱਧਵਾਰ ਸਵੇਰੇ ਹੀ ਉਹ ਦਿੱਲੀ ਤੋਂ ਰਵਾਨਾ ਹੋਏ ਸੀ। ਦਿੱਲੀ ਤੋਂ ਉਹਨਾਂ ਦਾ ਜਿਹੜਾ ਜਹਾਜ਼ ਹੈ ਕਰੀਬ 9 ਵਜੇ ਤੋਂ ਬਾਅਦ ਰਵਾਨਾ ਹੋਇਆ ਸੀ। ਉਸ ਤੋਂ ਬਾਅਦ ਉਹ ਤਮਿਲਨਾਡੂ ਤੱਕ ਪਹੁੰਚਦੇ ਨੇ। ਇੱਕ ਕਾਲਜ ਦੇ ਵਿੱਚ ਇੱਕ ਲੈਕਚਰ ਦੇਣ ਦੇ ਲਈ ਜਨਰਲ ਵਿਪਿਨ ਰਾਵਤ ਨੇ ਪਹੁੰਚਣਾ ਸੀ, ਉਹਨਾਂ ਦੀ ਪਤਨੀ ਵੀ ਨਾਲ ਸੀ ਤੇ MI-17 V5 ਹੈਲੀਕਾਪਟਰ ਦੇ ਜ਼ਰੀਏ ਉਹਨਾਂ ਨੇ ਉਡਾਨ ਭਰੀ ਸੀ। ਜਨਰਲ ਰਾਵਤ ਨੂੰ ਆਖਰੀ ਸਲਾਮ ਅੱਜ ਦਿੱਤਾ ਜਾ ਰਿਹਾ ਹੈ। ਉਡਾਨ ਭਰਨ ਦੇ ਕੁਝ ਸਮਾਂ ਬਾਅਦ ਹੀ ਜਿਹੜਾ ਉਹ ਜਹਾਜ਼ ਹੈ, ਉਹ ਹਾਦਸੇ ਦਾ, ਹੈਲੀਕਾਪਟਰ ਹੈ, ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। MI-17 V5 ਜਿਸ ਦਿਨ ਵਿਪਿਨ ਰਾਵਤ ਸਵਾਰ ਸਨ ਤੇ ਉਹਨਾਂ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਫਿਲਹਾਲ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੈ।